ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਟੁਡੇਜ਼ ਟੌਪਿਕ ਇਜ਼ ਐਬਰੋਗੇਸ਼ਨ ਆਫ ਆਰਟੀਕਲ 370। ਵੈਰੀ ਇੰਪੋਰਟੈਂਟ ਟੌਪਿਕ। ਸੁਪਰੀਮ ਕੋਰਟ ਨੇ ਹਾਲ ਹੀ ਦੇ ਵਿੱਚ ਇੱਕ ਬਹੁਤ ਹੀ ਅਹਿਮ ਫੈਸਲਾ ਦਿੱਤਾ ਰਿਗਾਰਡਿੰਗ ਐਬਰੋਗੇਸ਼ਨ ਆਫ ਆਰਟੀਕਲ 370। ਐਬਰੋਗੇਸ਼ਨ ਆਫ ਆਰਟੀਕਲ 370, ਐਬਰੋਗੇਸ਼ਨ ਮੀਨਸ ਅਬੋਲਿਸ਼, ਕਿਸੇ ਚੀਜ਼ ਨੂੰ ਖਤਮ ਕਰਨਾ। ਉਸ ਚੀਜ਼ ਦੇ ਉੱਤੇ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਫਸਟ ਆਫ ਆਲ ਲੈਟਸ ਟਾਕ ਵਾਟ ਇਜ਼ ਆਰਟੀਕਲ 370। ਆਰਟੀਕਲ 370 ਇਜ਼ ਅ ਪਾਰਟ ਆਫ ਇੰਡੀਅਨ ਕੌਨਸਟੀਟਿਊਸ਼ਨ, ਜਿਸ ਦੇ ਤਹਿਤ ਸਪੈਸ਼ਲ ਪਾਵਰਸ ਟੂ ਹੈਵ ਅ ਸੈਪਰੇਟ ਕੌਨਸਟੀਟਿਊਸ਼ਨ, ਅ ਸਟੇਟ ਫਲੈਗ ਐਂਡ ਆਟੋਨੋਮੀ ਆਫ ਇੰਟਰਨਲ ਐਡਮਿਨਿਸਟ੍ਰੇਸ਼ਨ। ਅਹਿਮ ਪਾਵਰਸ ਦੇ ਦਿੱਤੀਆਂ ਗਈਆਂ ਜੰਮੂ ਕਸ਼ਮੀਰ ਨੂੰ, ਸਪੈਸ਼ਲ ਪਾਵਰਸ, ਜਿਸ ਦੇ ਮੱਦੇਨਜ਼ਰ ਉਹ ਇੱਕ ਆਪਣਾ ਅਲੱਗ ਤੋਂ ਕੌਨਸਟੀਟਿਊਸ਼ਨ ਆਪਣੀ ਸਟੇਟ ਦਾ ਆਪਣੇ ਆਪ ਬਣਾ ਸਕਦੇ ਨੇ। ਉਹਨਾਂ ਦਾ ਆਪਣਾ ਇੱਕ ਸਟੇਟ ਫਲੈਗ। ਆਟੋਨੋਮੀ ਆਫ ਇੰਟਰਨਲ ਐਡਮਿਨਿਸਟ੍ਰੇਸ਼ਨ ਮੀਨਸ ਆਟੋਨੋਮਸ ਬਾਡੀ ਬਣਾਤੀ ਕਿ ਆਪਣੀਆਂ ਜਿਹੜੀਆਂ ਸਟੇਟ ਦੀਆਂ ਕੁਛ ਵੀ ਉਹਦੇ ਲਾਜ਼ ਐਂਡ ਆਰਡਰ ਜਾਂ ਉੱਥੋਂ ਦੇ ਹਰਾਰਕੀ ਆਫ ਦੇਅਰ ਗੌਰਮੈਂਟ ਉਹ ਆਪਣੇ ਆਪ ਡਿਸਾਈਡ ਕਰ ਸਕਦੇ ਨੇ। ਦੀਜ਼ ਪਾਵਰਸ ਹੈਜ਼ ਬੀਨ ਕਨਫਰਡ ਟੂ JNK। ਡਰਾਫਟਡ ਬਾਏ ਗੋਪਾਲ ਸਵਾਮੀ ਆਇੰਗਰ, ਜਿਹੜੇ ਆਰਟੀਕਲ 370 ਦੇ ਜਿਹੜੇ ਮੁੱਖ ਤੁਸੀਂ ਰਾਈਟਰ ਕਹਿ ਸਕਦੇ ਹੋ ਉਹ ਗੋਪਾਲ ਸਵਾਮੀ ਆਇੰਗਰ ਜੀ ਨੇ। ਪੀਪਲ ਆਫ JNK ਵੁੱਡ ਦੈਮਸੈਲਫ ਮੇਕ ਕੌਨਸਟੀਟਿਊਸ਼ਨ ਆਫ ਦੇਅਰ ਸਟੇਟ। ਜਿਹੜੇ ਜੰਮੂ ਕਸ਼ਮੀਰ ਦੇ ਆਪਣੇ ਲੋਕ ਨੇ, ਵਸਿੰਦੇ ਨੇ, ਉਹ ਆਪਣੇ ਜਿਹੜਾ ਕੌਨਸਟੀਟਿਊਸ਼ਨ ਆਪਣੀ ਸਟੇਟ ਦਾ ਆਪਣੇ ਆਪ ਉੱਥੇ ਡਿਸਾਈਡ ਕਰਨਗੇ। ਟਿਲ ਦੈਨ ਕੌਨਸਟੀਟਿਊਸ਼ਨ ਆਫ ਇੰਡੀਆ ਵਿਲ ਪ੍ਰੋਵਾਈਡ ਟੈਂਪਰੇਰੀ ਅਰੇਂਜਮੈਂਟਸ ਟੂ JNK। ਜਦੋਂ ਤੱਕ ਉਹਨਾਂ ਦਾ ਆਪਦਾ ਕੌਨਸਟੀਟਿਊਸ਼ਨ ਨਹੀਂ ਪ੍ਰੋਪਰਲੀ ਉਹਨਾਂ ਦਾ ਤਿਆਰ ਹੁੰਦਾ ਹੈਗਾ, ਉਦੋਂ ਤੱਕ ਜਿਹੜਾ ਇੰਡੀਅਨ ਕੌਨਸਟੀਟਿਊਸ਼ਨ ਹੈ ਉਹ ਲੁੱਕ ਆਫਟਰ ਕਰੇਗਾ ਦੇਅਰ constitution. JNK was administered by India as a state from 17th November 1952 till 30th October 2019। 17 ਅਕਤੂਬਰ 1952 ਨੂੰ ਜਿਹੜਾ ਜੰਮੂ ਐਂਡ ਕਸ਼ਮੀਰ ਨੂੰ ਸੀਗਾ ਉਹ ਸਟੇਟ ਦਾ ਦਰਜਾ ਦੇ ਦਿੱਤਾ ਗਿਆ ਸੀਗਾ। ਅਤੇ ਉਹ ਤੁਸੀਂ ਯਾਦ ਰੱਖਣਾ ਐਜ਼ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ 17th November 1952। ਦਿਸ ਇਜ਼ ਦਾ ਫਲੈਗ ਆਫ ਇੰਡੀਆ ਐਂਡ JNK। ਉੱਥੋਂ ਦਾ JNK ਦਾ ਇਹ ਆਪਦਾ ਪਰਸਨਲ ਫਲੈਗ ਹੈ ਅਤੇ ਇੰਡੀਆ ਫਲੈਗ। ਉੱਥੇ ਦੋ ਫਲੈਗਸ ਨੇ ਜਿਹੜੇ ਉੱਥੇ ਮੰਨੇ ਜਾਂਦੇ ਨੇ। ਸੋ ਲੈਟਸ ਸਟਾਰਟ ਵਿਦ ਦਾ ਬੈਕਗਰਾਊਂਡ। ਕਹਾਣੀ ਸ਼ੁਰੂ ਹੁੰਦੀ ਹੈ ਜੀ ਉੱਥੋਂ ਦੇ ਉਸ ਟਾਈਮ ਦੇ ਸ਼ਾਸਕ ਜਿਹੜੇ ਮਹਾਰਾਜਾ ਹਰੀ ਸਿੰਘ ਜੀ। ਮਹਾਰਾਜਾ ਹਰੀ ਸਿੰਘ ਵਾਜ਼ ਦਾ ਲਾਸਟ ਰੂਲਿੰਗ ਮਹਾਰਾਜਾ ਆਫ ਦਾ ਪ੍ਰਿੰਸਲੀ ਸਟੇਟ ਆਫ ਜੰਮੂ ਐਂਡ ਕਸ਼ਮੀਰ। ਸੋ ਜਦੋਂ ਆਪਣੇ ਇੰਡੀਆ ਆਜ਼ਾਦ ਹੋਇਆ 15 ਅਗਸਤ 1947 ਨੂੰ, ਠੀਕ ਆ। ਆਜ਼ਾਦੀ ਤੋਂ ਬਾਅਦ 20 ਅਕਤੂਬਰ 1947 ਨੂੰ 20 ਅਕਤੂਬਰ 1947 ਨੂੰ ਕੀ ਹੋਇਆ ਜੀ, ਆਜ਼ਾਦ ਕਸ਼ਮੀਰ ਦੀ ਜਿਹੜੀ ਸੈਨਾ ਸੀਗੀ ਉੱਥੇ, ਉਹਨਾਂ ਨੇ ਪਾਕਿਸਤਾਨ ਦੀ ਮਿਲਟਰੀ ਦੇ ਨਾਲ ਰਲ ਕੇ ਕਸ਼ਮੀਰ ਦੇ ਉੱਤੇ ਹਮਲਾ ਕੀਤਾ ਅਤੇ ਉੱਥੋਂ ਦਾ ਜਿਹੜਾ ਕਾਫੀ ਸਾਰਾ ਜਿਹੜਾ ਹਿੱਸਾ ਸੀਗਾ ਜਿਹਨੂੰ ਕਿ ਆਪਾਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿ ਦਿੰਦੇ ਹਾਂ POK, ਉਹਨੂੰ ਮਤਲਬ ਆਕੂਪਾਈ ਕਰ ਲਿਆ, ਉਹਨੂੰ ਗ੍ਰੈਬ ਕਰ ਲਿਆ। ਸੋ 26 ਅਕਤੂਬਰ 1947 ਨੂੰ ਫਿਰ ਮਹਾਰਾਜਾ ਹਰੀ ਸਿੰਘ ਨੇ ਸ਼ੇਖ ਅਬਦੁੱਲਾ ਜੀ ਹੈਗੇ ਸੀ ਉੱਥੋਂ ਦੇ, ਉਹਨਾਂ ਨੂੰ ਲਾਇਨ ਆਫ ਕਸ਼ਮੀਰ ਵੀ ਕਿਹਾ ਜਾਂਦਾ ਹੈ, ਉਹਨਾਂ ਦੀ ਕੰਸੈਂਟ ਲੈ ਕੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਲ ਮਿਲ ਕੇ ਇੱਕ ਇੰਸਟਰੂਮੈਂਟ ਆਫ ਅਸੈਸ਼ਨ, ਇੱਕ ਲੀਗਲ ਡਾਕੂਮੈਂਟ ਜਿਹਨੂੰ ਕਿਹਾ ਜਾਂਦਾ, ਉਹ ਇੰਸਟਰੂਮੈਂਟ ਆਫ ਅਸੈਸ਼ਨ ਆਫ JNK ਟੂ ਇੰਡੀਆ, ਉਹਦੇ ਉੱਤੇ ਆਪਣੇ ਹਸਤਾਖਰ ਕਰ ਦਿੱਤੇ। ਅਤੇ ਜਿਸ ਦੇ ਮੱਦੇਨਜ਼ਰ ਮਤਲਬ ਉੱਥੋਂ ਦੇ ਰੂਲਸ ਐਂਡ ਰੈਗੂਲੇਸ਼ਨਸ ਚੇਂਜ ਹੋ ਗਏ। ਸੋ ਇੰਸਟਰੂਮੈਂਟ ਆਫ ਅਸੈਸ਼ਨ ਵਾਜ਼ ਅ ਲੀਗਲ ਡਾਕੂਮੈਂਟ ਫਸਟ ਇੰਟਰੋਡਿਊਸ ਬਾਏ ਦਾ ਗਵਰਨਮੈਂਟ ਆਫ ਇੰਡੀਆ ਐਕਟ 1935। ਠੀਕ ਹੈ ਜੀ। ਇਹਨੂੰ ਜਿਹੜਾ ਬਣਾਇਆ ਗਿਆ 1935 ਦੇ ਵਿੱਚ ਬਣਾਇਆ ਗਿਆ ਅਤੇ ਯੂਜ਼ਡ ਇਨ 1947, ਬਟ ਇਹਦੀ ਜਿਹੜੀ ਵਰਤੋਂ ਕੀਤੀ ਗਈ 1947 ਨੂੰ ਕੀਤੀ ਗਈ ਟੂ ਅਨੇਬਲ ਈਚ ਆਫ ਦਾ ਰੂਲਰਸ ਆਫ ਦਾ ਪ੍ਰਿੰਸਲੀ ਸਟੇਟਸ ਅੰਡਰ ਬ੍ਰਿਟਿਸ਼ ਰੂਲ, ਕਿਉਂਕਿ ਆਜ਼ਾਦੀ ਤੋਂ ਪਹਿਲਾਂ ਬ੍ਰਿਟਿਸ਼ ਰੂਲ ਸੀਗਾ, to join one of the new governments of India or Pakistan created by the partition of British India। So instrument of accession ਇੱਕ legal document ਹੈ, ਤੁਸੀਂ ਯਾਦ ਰੱਖਣਾ। According to the terms of the document, the Indian jurisdiction would look after external affairs, communications and defence of ਜੰਮੂ ਐਂਡ ਕਸ਼ਮੀਰ। ਸੋ ਇਹ ਤਿੰਨ ਚੀਜ਼ਾਂ ਦੇ ਉੱਤੇ ਜਿਹੜਾ ਕਿ ਪ੍ਰਾਵਧਾਨ ਦਿੱਤਾ ਗਿਆ ਕਿ ਜਿਹੜੇ ਇਹਨਾਂ ਦੇ ਉੱਤੇ ਜਿਹੜਾ ਜੰਮੂ ਕਸ਼ਮੀਰ ਦੇ ਐਕਸਟਰਨਲ ਅਫੇਅਰਸ, ਕਮਿਊਨੀਕੇਸ਼ਨ ਜਾਂ ਸਿਕਿਉਰਿਟੀ, ਉਹ ਜਿਹੜੀ ਗੌਰਮੈਂਟ ਆਫ ਇੰਡੀਆ ਦੇ ਵੱਲੋਂ ਉਹਦੀ ਦੇਖ ਰੇਖ ਕੀਤੀ ਜਾਏਗੀ। ਸੋ ਜਿਹੜਾ ਕੌਨਸਟੀਟਿਊਸ਼ਨ ਆਫ ਇੰਡੀਆ ਉਹ ਆਪਣਾ ਸਾਰਿਆਂ ਨੂੰ ਪਤਾ ਕਿ 26 ਜਨਵਰੀ 1950 ਨੂੰ ਲਾਗੂ ਹੁੰਦਾ। 5 ਅਗਸਤ 2019 ਨੂੰ ਕੀ ਹੋਇਆ, 5 ਅਗਸਤ 2019 ਨੂੰ ਗੌਰਮੈਂਟ ਆਫ ਇੰਡੀਆ, ਆਪਣੀ ਯੂਨੀਅਨ ਗੌਰਮੈਂਟ, ਸੈਂਟਰਲ ਗੌਰਮੈਂਟ ਨੇ ਇੱਕ ਪ੍ਰੈਜ਼ੀਡੈਂਸ਼ੀਅਲ ਆਰਡਰ ਪਾਸ ਕੀਤੇ।
ਸੁਪਰਸੀਡਿੰਗ ਦੀ 1954 ਆਰਡਰ। 1954 ਜਿਹੜਾ ਆਰਡਰ ਸੀਗਾ ਇਸ ਦੇ ਮੱਦੇਨਜ਼ਰ ਜਿਹੜੇ ਜੰਮੂ ਕਸ਼ਮੀਰ ਦੇ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਸੀਗੇ ਉਹਨਾਂ ਨੂੰ ਇੱਕ ਸਪੈਸ਼ਲ ਹੱਕ ਦਿੱਤੇ ਗਏ ਸੀ, ਸੋ ਉਹਨਾਂ ਨੂੰ ਸੁਪਰਸੀਡ ਕਰ ਦਿੱਤਾ ਗਿਆ। ਮੇਕਿੰਗ ਆਲ ਦਾ ਪ੍ਰੋਵੀਜ਼ਨਸ ਆਫ ਦਾ ਇੰਡੀਅਨ ਕੌਨਸਟੀਟਿਊਸ਼ਨ ਐਪਲੀਕੇਬਲ ਟੂ ਜੰਮੂ ਐਂਡ ਕਸ਼ਮੀਰ। ਸੋ ਜਿਵੇਂ ਕਿ ਬਾਕੀ 28 ਸਟੇਟਾਂ ਦੇ ਉੱਤੇ ਇੰਡੀਅਨ ਕੌਨਸਟੀਟਿਊਸ਼ਨ ਦਾ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਹੱਥ ਸੀਗਾ, ਉਵੇਂ ਹੀ ਜੰਮੂ ਕਸ਼ਮੀਰ ਨੂੰ ਉਹਦੇ ਅੰਡਰ ਲਿਆ ਦਿੱਤਾ ਗਿਆ। ਸੋ ਨੋ ਮੋਰ ਮਤਲਬ ਦੇਅਰ ਓਨ ਸਟੇਟ ਕੌਨਸਟੀਟਿਊਸ਼ਨ। ਦਾ ਆਰਡਰ ਵਾਜ਼ ਬੇਸਡ on the resolution passed in both the houses means Lok Sabha and Rajya Sabha of India's parliament with 2/3 of the majority। ਉਹਨੂੰ ਉੱਥੇ 2/3 majority ਦੀ ਹਾਂ ਦਾ ਨਾਰਾ ਮਾਰਿਆ ਗਿਆ ਅਤੇ ਉਸ ਟਾਈਮ ਦੇ ਉੱਤੇ ਇਹਨੂੰ ਮਤਲਬ ਸੁਪਰਸੀਡ ਕਰ ਦਿੱਤਾ ਗਿਆ ਜਿਹੜੇ 1954 ਦੇ ਆਰਡਰ ਸੀਗੇ, ਅਤੇ ਜੰਮੂ ਕਸ਼ਮੀਰ ਨੂੰ ਵੀ ਇੰਡੀਆ ਦੇ ਕੌਨਸਟੀਟਿਊਸ਼ਨ ਦੇ ਮਤਲਬ ਮੱਦੇਨਜ਼ਰ ਉਹਨੂੰ ਲਿਆ ਦਿੱਤਾ ਗਿਆ, ਉਹਨੂੰ ਇੰਡਕਟ ਕਰ ਲਿੱਤਾ ਗਿਆ। So in addition, enacting the division of the state of Jammu and Kashmir into 2 UTs, very important point, ਜਿਹੜਾ ਸਟੇਟ ਸੀਗਾ ਫਿਰ 2019 ਨੂੰ ਜਿਹੜਾ ਜੰਮੂ ਕਸ਼ਮੀਰ ਨੂੰ ਸੀਗਾ ਉਹ 2 UTs ਦੇ ਵਿੱਚ ਵੰਡ ਦਿੱਤਾ ਗਿਆ। ਦੈਟ ਇਜ਼ ਯੂਨੀਅਨ ਟੈਰੀਟਰੀ ਆਫ ਜੰਮੂ ਐਂਡ ਕਸ਼ਮੀਰ ਐਂਡ ਯੂਨੀਅਨ ਟੈਰੀਟਰੀ ਆਫ ਲੱਦਾਖ। ਸੋ ਇਹ ਤੁਸੀਂ ਧਿਆਨ ਰੱਖਣਾ ਹੈ ਕਿ ਇਹਦੀ ਐਬਰੋਗੇਸ਼ਨ ਤੋਂ ਪਹਿਲਾਂ ਇਹ ਦੇਅਰ ਵਰ 29 ਸਟੇਟਸ, ਰਾਈਟ, ਅਤੇ ਇਸ ਤੋਂ ਬਾਅਦ ਹੁਣ ਜਿਹੜੀਆਂ ਇਹਨੂੰ ਅਬੋਲਿਸ਼ਮੈਂਟ ਤੋਂ ਬਾਅਦ ਇਹ ਹੁਣ 28 ਸਟੇਟਸ ਹੋ ਗਈਆਂ ਆਪਣੀਆਂ ਇੰਡੀਆ ਦੀਆਂ। ਵਿਦ ਦਿਸ ਹੈਜ਼ ਬੀਨ ਡਿਵਾਈਡਡ ਇੰਟੂ 2 UTs। ਸੋ ਰੀਆਰਗਨਾਈਜੇਸ਼ਨ ਟੁੱਕ ਪਲੇਸ ਔਨ 31 ਅਕਤੂਬਰ 2019। ਸੋ ਜਿਹੜੀ ਰੀਆਰਗਨਾਈਜੇਸ਼ਨ ਹੋ ਗਈ ਜੰਮੂ ਕਸ਼ਮੀਰ ਦੀ। ਸੋ ਨਾਓ ਕਮਸ ਟੂ ਦਾ ਸੁਪਰੀਮ ਕੋਰਟ ਰੂਲਿੰਗ। ਹੁਣ ਮਾਮਲਾ ਜਿਹੜਾ ਕਿ ਭੱਖ ਗਿਆ, ਅਬੋਲਿਸ਼ ਕਰ ਦਿੱਤਾ ਗਿਆ, ਤਾਂ ਸੁਪਰੀਮ ਕੋਰਟ ਦੇ ਵਿੱਚ ਕੇਸ ਚਲਾ ਗਿਆ। ਸੋ ਕੇਸ ਇਜ਼ ਮੇਡ ਅਪ ਆਫ 23 petitions। is abrogating article 370 is constitutional or not, ਸੰਵਿਧਾਨਿਕ ਹੈਗਾ ਕਿ ਗਲਤ ਕਰ ਦਿੱਤਾ ਗਿਆ। ਸੋ 5 ਮੈਂਬਰੀ ਕਮੇਟੀ ਬਣਾਈ ਗਈ ਜਿਸ ਦੇ ਵਿੱਚ ਹੀ ਬਹੁਤ ਹੀ ਜਿਹੜੇ ਆਪਣੇ ਮਾਣਯੋਗ ਔਨਰੇਬਲ ਜੱਜਿਸ ਨੇ, ਚੀਫ ਜਸਟਿਸ ਆਫ ਇੰਡੀਆ DY ਚੰਦਰਚੂੜ, ਜਸਟਿਸ ਸੰਜੇ ਕਿਸ਼ਨ ਕੌਲ ਜੀ, ਸੰਜੀਵ ਖੰਨਾ, BR ਗਵਈ ਐਂਡ ਸੂਰੇਕਾਂਤ। 5 ਮੈਂਬਰੀ ਕਮੇਟੀ, 5 ਜੱਜਿਸ ਦੀ ਕਮੇਟੀ ਬਣਾਈ ਗਈ ਜਿਨ੍ਹਾਂ ਨੇ ਇੱਕ ਬਹੁਤ ਹੀ ਅਹਿਮ ਫੈਸਲਾ ਜਿਨ੍ਹਾਂ ਨੂੰ ਲੈਣ ਦੇ ਲਈ ਕਿਹਾ ਗਿਆ ਰਿਗਾਰਡਿੰਗ ਐਬਰੋਗੇਸ਼ਨ ਆਫ ਆਰਟੀਕਲ 370। ਸੁਪਰੀਮ ਕੋਰਟ ਕਹਿੰਦੀ ਹੈ ਦਾ ਕੋਰਟ ਹੈਲਡ ਦਾ 2019 ਮੂਵ ਬਾਏ ਦਾ ਯੂਨੀਅਨ ਗੌਰਮੈਂਟ, ਜਿਹੜੀ ਸੈਂਟਰ ਦੀ ਗੌਰਮੈਂਟ ਨੇ ਆਪਣੇ ਜਿਹੜਾ ਐਬਰੋਗੇਟ ਕੀਤਾ ਆਰਟੀਕਲ 370, ਅਬੋਲਿਸ਼ ਕੀਤਾ, which gave special status to erstwhile state of Jammu and Kashmir as constitutionally valid। ਉਹਨੂੰ ਸੰਵਿਧਾਨਿਕਲੀ ਸਹੀ ਕਿਹਾ ਗਿਆ ਕਿ ਹਾਂ that is right। ਸੋ DY ਜਿਹੜੇ ਚੰਦਰਚੂੜ ਜੀ ਨੇ ਉਹਨਾਂ ਨੇ ਕਿਹਾ ਕਿ ਦੀ ਜਿਹੜੀ state of Jammu and Kashmir doesn't have any internal sovereignty। So Kashmir doesn't have any internal sovereignty which is distinguishable from powers and privileges enjoyed by the other states in the country। ਜਿਹੜੀਆਂ ਆਪਣੀਆਂ ਇੰਡੀਆ ਦੀ ਬਾਕੀ 28 ਸਟੇਟਸ ਨੇ ਉਹ ਜਿਹੜੀਆਂ ਪਾਵਰਸ ਨੇ, ਜਿਹੜੀਆਂ ਉੱਥੋਂ ਦੀਆਂ ਪ੍ਰਿਵਿਲੇਜਿਸ ਨੇ ਉਹਨਾਂ ਨੂੰ ਇੰਜੋਏ ਕਰ ਰਹੀਆਂ ਨੇ, ਜਿਸ ਤੋਂ ਕਿ ਜਿਹੜਾ ਜੰਮੂ ਐਂਡ ਕਸ਼ਮੀਰ ਵਾਂਝਾ ਰਹਿ ਰਿਹਾ ਕਿਉਂਕਿ ਉੱਥੇ ਆਪਦੀ ਇੰਟਰਨਲ ਸੋਵਰੇਨਟੀ ਨਹੀਂ ਹੈਗੀ। ਸੋਵਰੇਨਟੀ ਮੀਨਸ ਸੈਲਫ ਗਵਰਨਿੰਗ ਬੋਡੀ ਨਹੀਂ ਹੈਗੀ। ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਕਿ ਟੂਰਿਜ਼ਮ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਜੰਮੂ ਐਂਡ ਕਸ਼ਮੀਰ ਦੇ ਵਿੱਚ ਡਿਊ ਟੂ ਦਾ ਸਿਕਿਉਰਿਟੀ ਰੀਜ਼ਨਸ। ਦੈਨ ਕਮਜ਼ ਯੂਅਰ ਇਨਫਰਾਸਟਰਕਚਰ, ਦੈਨ ਕਮਜ਼ ਯੂਅਰ ਉੱਥੋਂ ਦੀ ਆਪਦੀ ਜਿਹੜੀ ਕੈਪੀਟਲ ਹੈ ਜਾਂ GDP ਹੈ ਉਹ ਬਾਕੀ ਸਟੇਟਾਂ ਦੇ ਨਾਲੋਂ ਬਹੁਤ ਜ਼ਿਆਦਾ ਘੱਟ ਹੈਗੀ ਹੈ। ਰੀਜ਼ਨ ਬੀਂਗ ਕਿ ਉੱਥੇ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨਸ ਇੰਪਲੀਮੈਂਟ ਨਹੀਂ ਹੋਏ, ਉੱਥੇ ਹਮੇਸ਼ਾ ਕੁਛ ਨਾ ਕੁਛ ਟਰਬਲ ਦੇ ਵਿੱਚ ਰਿਹਾ ਹੀ ਹੈਗਾ। ਸੋ ਆਰਟੀਕਲ 370 ਵਾਜ਼ ਅ ਟੈਂਪਰੇਰੀ ਪ੍ਰੋਵੀਜ਼ਨ। ਸੋ ਜਿਹੜੇ ਆਪਣੇ ਮਾਣਯੋਗ ਸੁਪਰੀਮ ਕੋਰਟ ਦੇ ਜੱਜਿਸ ਨੇ ਉਹਨਾਂ ਨੇ ਕਿਹਾ ਕਿ ਦੈਟ ਵਾਜ਼ ਅ ਟੈਂਪਰੇਰੀ ਪ੍ਰੋਵੀਜ਼ਨ। ਸੋ ਨਾਓ ਕਮ ਟੂ ਦਾ ਡਿਸੀਜ਼ਨ ਇਜ਼ ਬੇਸਿਕਲੀ ਬੇਸਡ ਔਨ ਦਾ 2 ਫੈਕਟਸ। 2 ਫੈਕਟਸ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੀਆਂ ਸਪੈਸ਼ਲ ਪਾਵਰ ਸੀਗੀਆਂ ਦੇ ਵਰ ਟੈਂਪਰੇਰੀ ਐਂਡ ਨੋਟ ਮੈਂਟ ਟੂ ਲਾਸਟ ਫੋਰ ਐਵਰ। ਉਹ ਸਦੀਵੀ ਨਹੀਂ ਸੀਗੀਆਂ, ਉਹ ਟੈਂਪਰੇਰੀ ਸੀਗੀਆਂ ਕਿਉਂਕਿ ਵਿਦ ਦਾ ਪੈਸੇਜ ਆਫ ਟਾਈਮ ਥਿੰਗਸ ਚੇਂਜਿਸ, ਬਹੁਤ ਕੁਛ ਚੇਂਜ ਹੋ ਗਿਆ। ਸੋ it's the time to change the constitution of Jammu and Kashmir। So J&K doesn't have a sovereignty of its own। sovereignty ਮੈਂ ਤੁਹਾਨੂੰ ਪਹਿਲਾਂ ਹੀ ਦੱਸ ਸਕਦੇ ਹਾਂ ਕਿ ਸੈਲਫ ਗਵਰਨਿੰਗ ਜਿਹੜੀ ਉੱਥੇ ਹੈਗੀ ਹੈ ਗਵਰਨਮੈਂਟ ਹੈ ਉੱਥੇ ਉਹ ਨਹੀਂ ਬਣ ਪਾਈ ਕਦੇ ਵੀ ਜਿਹੜੀ ਕਿ ਉੱਥੇ ਦੇ ਲੋਕਾਂ ਦੇ ਲਈ ਪ੍ਰੋਪਰ ਨਿਆਂ ਦੇ ਸਕੇ। ਸੋ ਪੋਲੀਟੀਕਲ ਪਾਰਟੀਜ਼ ਇਨ ਜੰਮੂ ਐਂਡ ਕਸ਼ਮੀਰ ਉਹ ਕੀ ਕਹਿੰਦੇ ਨੇ, ਜਿਹੜੀਆਂ ਉੱਥੋਂ ਦੀ ਰੀਜਨਲ ਪਾਰਟੀਜ਼ ਨੇ, ਬਟ ਓਬਵੀਅਸ ਹੈ ਵੀ ਉਹਨਾਂ ਨੂੰ ਉੱਥੇ ਜਦੋਂ ਹੁਣ ਇੱਕ ਜਿਹੜਾ ਸੰਵਿਧਾਨ ਹੈ ਹਿੰਦੁਸਤਾਨ ਦਾ ਪੂਰਾ ਲਾਗੂ ਹੋ ਰਿਹਾ ਤਾਂ ਉੱਥੋਂ ਦੇ ਵਿੱਚ
ਜਿਹੜੀਆਂ ਹੁਣ ਇਲੈਕਸ਼ਨਸ ਹੋਣਗੀਆਂ ਉਹਦੇ ਵਿੱਚ ਜਿਹੜੀਆਂ ਬਾਕੀ ਨੈਸ਼ਨਲ ਪਾਰਟੀਜ਼ ਨੇ ਉਹ ਵੀ ਹਿੱਸਾ ਲੈਣਗੀਆਂ, ਤਾਂ ਉਹਨਾਂ ਨੂੰ ਉੱਥੇ ਖਤਰਾ ਹੋ ਗਿਆ ਆਪਣੀ ਪੋਲੀਟੀਕਲੀ ਜਿਹੜੀਆਂ ਪਾਰਟੀਜ਼ ਨੇ ਉੱਥੋਂ ਦੀਆਂ ਉਹਨਾਂ ਨੂੰ ਰਿਗਾਰਡਿੰਗ ਦਾ ਇਲੈਕਸ਼ਨਸ। ਸੋ ਦੇ ਐਕਸਪ੍ਰੈਸਡ ਡਿਸਅਪੁਆਇੰਟਮੈਂਟ ਦਾ ਫਾਈਟ ਵਿਲ ਕੰਟੀਨਿਊ। ਉਹਨਾਂ ਨੇ ਆਪਦਾ ਰੋਸ ਜਤਾਇਆ ਵੀ ਇਹ ਗਲਤ ਹੋਇਆ, ਕਿਉਂਕਿ ਬਟ ਓਬਵੀਅਸ ਹੈ ਵੀ ਕਿਸੇ ਦਾ ਆਪਦਾ ਹੱਕ ਕਿਸੇ ਨੂੰ ਗਵਾਉਣਾ ਚੰਗਾ ਨਹੀਂ ਲੱਗਦਾ ਹੈਗਾ, ਉਹਨਾਂ ਦਾ ਪਹਿਲਾ ਹੱਕ ਹੈ। ਅਤੇ ਹੁਣ ਉਹਨਾਂ ਨੂੰ ਲੱਗ ਰਿਹਾ ਕਿ ਉਹਨਾਂ ਦੀ ਜਿਹੜੀਆਂ ਉੱਥੋਂ ਦੀਆਂ ਪੋਲੀਟੀਕਲ ਥਿੰਗਸ ਨੇ ਉਹਨਾਂ ਨੂੰ ਖਤਰਾ ਹੈਗਾ। ਸੋ ਸੁਪਰੀਮ ਕੋਰਟ ਆਫ ਇੰਡੀਆ ਹੈਜ਼ ਡਾਇਰੈਕਟਡ ਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਠੀਕ ਹੈ, ਟੂ ਹੈਲਡ ਇਲੈਕਸ਼ਨਸ ਬਾਏ ਦਾ ਐਂਡ ਆਫ ਸੈਪਟੰਬਰ 2024। ਸੋ ਉਹਨਾਂ ਨੇ ਸੁਪਰੀਮ ਕੋਰਟ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਿਹਾ ਕਿ ਉੱਥੇ ਸਤੰਬਰ 2024 ਤੱਕ ਜੰਮੂ ਐਂਡ ਕਸ਼ਮੀਰ ਦੇ ਵਿੱਚ ਇਲੈਕਸ਼ਨਸ ਕਰਵਾਈਆਂ ਜਾਣ। ਸੋ ਬਹੁਤ ਹੀ ਅਹਿਮ ਫੈਸਲਾ। ਵਿਦ ਦਿਸ class is going to end up. Thanks for watching. We'll see you in the next class. Take care. Bye bye.